Okay, students, so here we are talking about the WBC counting in the blood. ਸੋ ਆਮ ਤੌਰ ਤੇ ਬੱਚਿਓ ਜਦੋਂ ਵੀ ਸਾਨੂੰ ਕੋਈ ਜ਼ੁਕਾਮ ਹੁੰਦਾ ਕੋਈ ਬਿਮਾਰ ਹੋ ਜਾਂਦਾ ਕਿਸੇ ਨੂੰ ਬੁਖਾਰ ਹੋ ਜਾਂਦਾ ਤਾਂ ਅਸੀਂ ਇਹ ਚੈੱਕ ਕਰਦੇ ਹਾਂ ਕਿ ਕੋਈ ਇਨਫੈਕਸ਼ਨ ਤਾਂ ਨਹੀਂ ਹੋਈ ਬਲੱਡ ਦੇ ਵਿੱਚ। ਸੋ ਉਸ ਇਨਫੈਕਸ਼ਨ ਨੂੰ ਚੈੱਕ ਕਰਨ ਵਾਸਤੇ ਅਸੀਂ ਲੈਬ ਦੇ ਵਿੱਚ ਇੱਕ ਟੈਸਟ ਕਰਾਉਣੇ ਆ ਜਿਹਦੇ ਵਿੱਚ ਸਾਡੇ ਬਲੱਡ ਦੇ ਪੈਰਾਮੀਟਰਸ ਨੂੰ ਚੈੱਕ ਕੀਤਾ ਜਾਂਦਾ। ਸੋ ਜਦੋਂ ਤੁਸੀਂ ਸੈਂਪਲ ਦਿੰਦੇ ਹੋ ਤਾਂ ਉਸ ਸੈਂਪਲ ਦੇ ਵਿੱਚੋਂ ਬੱਚਿਓ ਉਹ HbV ਚੈੱਕ ਕਰਦੇ ਆ, ਉਹ WBC ਕਾਊਂਟ ਕਰਦੇ ਆ, ਉਹ RBC ਕਾਊਂਟ ਕਰਦੇ ਆ। ਉਹਦੇ 'ਚ ਇੱਕ DLC ਦਾ ਟੈਸਟ ਹੁੰਦਾ ਵਿਚ ਇਜ਼ ਡਿਫਰੈਂਸ਼ੀਅਲ ਲੀਕੋਸਾਈਟ ਕਾਊਂਟ ਵੀ WBC ਦੀਆਂ ਕਿਹੜੀਆਂ ਟਾਈਪਸ ਤੁਹਾਡੇ ਬਲੱਡ ਦੇ ਵਿੱਚ ਪਈਆਂ ਪਰਸੈਂਟੇਜ ਵਾਈਜ਼। ਠੀਕ ਹੈ, ਸੋ ਇਹ ਤਿੰਨ ਟੈਸਟ ਨੇ ਜਿਹੜੇ WBC ਕਾਊਂਟਿੰਗ, RBC ਕਾਊਂਟਿੰਗ ਤੇ DLC। ਇਹ ਤਿੰਨੇ ਹੀ ਕਾਫੀ ਇੰਪੋਰਟੈਂਟ ਟੈਸਟ ਨੇ ਐਜ਼ ਪਰ ਯਾਰ ਲਾਈਕ ਬਲੱਡ ਪੈਰਾਮੀਟਰਸ ਆਰ ਕੰਸਰਨ। ਸੋ ਇਹ ਬੱਚਿਓ ਜਿਹੜਾ ਮੈਂ ਤੁਹਾਨੂੰ ਇਸ ਟਾਈਮ ਇਕੁਇਪਮੈਂਟ ਇੱਥੇ ਦਿਖਾ ਰਿਹਾ, ਇਹ ਬੱਚਿਓ WBC ਕਾਊਂਟਿੰਗ ਦੇ ਵਿੱਚ ਹੈਲਪ ਕਰਦਾ। WBC ਤੇ RBC ਦੋਵੇਂ ਹੀ ਇਸ ਇਕੁਇਪਮੈਂਟ ਦੇ ਨਾਲ ਕਾਊਂਟ ਕੀਤੇ ਜਾਂਦੇ ਆ। ਸੋ ਦਿਸ ਇਜ਼ ਕਾਲਡ ਐਜ਼ ਦੀ ਹੀਮੋਸਾਈਟੋਮੀਟਰ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਟਰਮ ਯਾਦ ਰੱਖਣ ਵਾਸਤੇ ਹੈ, ਹੀਮੋਸਾਈਟੋਮੀਟਰ। ਸੋ ਹੀਮੋਸਾਈਟੋਮੀਟਰ ਦੇ ਵਿੱਚ ਬੱਚਿਓ ਸਭ ਤੋਂ ਪਹਿਲੀ ਚੀਜ਼ ਜਿਹੜੀ ਕਿ ਬਹੁਤ ਇੰਪੋਰਟੈਂਟ ਆ ਉਹ ਹੈਗੀ ਆ ਬੱਚਿਓ ਇਹਦੀ ਪਿਪਿਟਸ। ਇਹ ਦੋ ਪਿਪਿਟਸ ਤੁਹਾਨੂੰ ਦਿਖ ਰਹੀਆਂ। ਇਹਦੇ ਵਿੱਚੋਂ ਇੱਕ ਪਿਪਿਟ ਦੇ ਵਿੱਚ ਬੱਚਿਓ ਰੈੱਡ ਕਲਰ ਦੀ ਬੀਡ ਹੈ ਐਂਡ ਦਿਸ ਇਜ਼ ਫॉर ਦੀ RBC ਕਾਊਂਟਿੰਗ। ਦਿਸ ਇਜ਼ ਕਾਲਡ ਐਜ਼ ਦੀ RBC ਪਿਪਿਟ। ਦੂਜੀ ਪਿਪਿਟ ਹੈ ਜਿਹੜੀ ਇਹਦੇ ਵਿੱਚ ਇੱਕ ਵਾਈਟ ਕਲਰ ਦਾ ਬੀਡ ਹੈ ਐਂਡ ਦਿਸ ਇਜ਼ ਫॉर ਦੀ WBC ਕਾਊਂਟਿੰਗ। ਐਂਡ ਇੱਕ ਇਹਦੇ ਨਾਲ ਬੱਚਿਓ ਪਲਾਸਟਿਕ ਦੀ ਪਾਈਪ ਤੁਹਾਨੂੰ ਦਿੱਤੀ ਜਾਂਦੀ ਹੈ ਇਨਸਾਈਡ ਦੀ ਹੀਮੋਸਾਈਟੋਮੀਟਰ ਯੂਨਿਟ। ਐਂਡ ਇਹ ਜਿਹੜੀ ਪਾਈਪ ਹੈ ਇਹ ਤੁਸੀਂ ਪਿਪਿਟ ਦੇ ਇਸ ਪਾਸੇ ਲਗਾ ਲੈਣੀ ਹੈ ਤੇ ਇਹ ਪਿਪਿਟ ਦੇ ਵਿੱਚ ਬਲੱਡ ਸਕ ਕਰਨ ਵਾਸਤੇ ਹੈਲਪ ਕਰੇਗੀ। ਸੋ ਯੂ ਹੈਵ ਅ ਰੈੱਡ ਪਾਈਪ, ਦਿਸ ਪਾਈਪ ਇਜ਼ ਫॉर ਦੀ RBC ਐਂਡ ਦਿਸ ਪਾਈਪ ਇਜ਼ ਫॉर ਦੀ WBC ਪਿਪਿਟ। ਸੋ ਇਹ ਦੋਵਾਂ ਰਬਰ ਦੀਆਂ ਪਾਈਪਸ ਨੇ, ਇਹਨਾਂ 'ਚ ਕੋਈ ਖਾਸ ਡਿਫਰੈਂਸ ਨਹੀਂ ਹੈਗਾ। ਡਿਫਰੈਂਸ ਸਿਰਫ ਹੈਗਾ WBC ਤੇ RBC ਪਿਪਿਟਸ ਦੇ ਵਿੱਚ। ਇਹਨਾਂ ਦੀਆਂ ਮਾਰਕਿੰਗਸ ਡਿਫਰੈਂਟ ਹੁੰਦੀਆਂ ਬੱਚਿਓ। ਜਿਹੜੀ WBC ਪਿਪਿਟ ਆ ਉਹਦੇ ਉੱਤੇ ਇੱਕ ਮਾਰਕਿੰਗ ਹੈ ਜਿੱਥੇ ਕਿ ਐਰੋ ਤੁਹਾਨੂੰ ਇਸ ਟਾਈਮ ਦਿਖਾ ਰਿਹਾ, ਉਸ ਦੇ ਉੱਪਰ ਹੈਗਾ 1। ਦੈਨ ਇੱਕ ਵਾਇਲ ਹੈ, ਇੱਥੇ ਕਾਫੀ ਸਾਰਾ ਬਲੱਡ ਆ ਸਕਦਾ, ਇੱਥੇ ਕਾਫੀ ਸਾਰਾ ਫਲੂਇਡ ਆ ਸਕਦਾ। ਇੱਥੇ ਬਲੱਡ ਸਕ ਨਹੀਂ ਕੀਤਾ ਜਾਂਦਾ ਇਸ ਵਾਇਲ ਦੇ ਵਿੱਚ, ਮੈਂ ਤੁਹਾਨੂੰ ਦੱਸੂਗਾ ਕਿ ਕਿੱਦਾਂ ਬਲੱਡ ਸਕ ਹੋਣਾ। ਐਂਡ ਉਸ ਤੋਂ ਬਾਅਦ ਇੱਕ ਬੱਚਿਓ 11 ਦਾ ਇੱਥੇ ਇੱਕ ਮਾਰਕਿੰਗ ਹੈਗੀ ਹੈ। ਸੋ ਇਹ ਬੱਚਿਓ ਹੈਗੀ ਆ WBC ਪਿਪਿਟ। ਜੇ RBC ਪਿਪਿਟ ਦੇਖੀ ਜਾਵੇ ਤਾਂ RBC ਪਿਪਿਟ ਦੇ ਵਿੱਚ ਬੱਚਿਓ ਸਾਡੇ ਕੋਲ ਦੋ ਮਾਰਕਿੰਗਸ ਫੇਰ ਹੈਗੀਆਂ। ਇਹ ਇੱਧਰੋਂ ਬਲੱਡ ਸਕ ਕਰੇਗੀ। ਸੋ ਇਹ ਪਹਿਲੀ ਮਾਰਕਿੰਗ ਹੈ ਜਿਹੜੀ ਦਿਸ ਇਜ਼ ਵਿਦ 0.5, ਦਿਸ ਇਜ਼ 0.5 ਐਂਡ ਉਸ ਦੇ ਉੱਪਰ ਆ ਗਈ 1। ਫਿਰ ਜਿਹੜਾ ਫਲੂਇਡ ਹੋਏਗਾ ਉਹ ਇਸ ਬਲਬ 'ਚ ਆ ਜਾਏਗਾ ਐਂਡ ਉਸ ਤੋਂ ਬਾਅਦ ਇੱਕ ਮਾਰਕਿੰਗ ਹੈਗੀ ਆ ਜਿਹੜੀ ਕਿ ਡਿਨੋਟ ਕਰਦੀ ਆ 101। ਸੋ ਇੱਥੇ ਕਿਉਂਕਿ ਜਿਹੜੀ ਇਹ ਵਾਲਾ ਜਿਹੜਾ ਆਪਣਾ ਪਾਰਟ ਹੈ ਇਹਦੇ ਵਿੱਚ ਆਪਾਂ WBC ਕਾਊਂਟ ਕਰਨ ਲੱਗੇ ਹਾਂ। ਸੋ ਅਸੀਂ ਇਸ ਪਿਪਿਟ ਨਾਲ ਜ਼ਿਆਦਾ ਕੰਸਰਨਡ ਹੈ ਇਸ ਟਾਈਮ, ਜਿਹੜੀ ਕਿ ਮਾਰਕ ਕਰਦੀ ਹੈ 0.5, 1 ਐਂਡ 11। ਓਕੇ, ਸੋ ਆਪਾਂ ਹੁਣ ਵੀਡੀਓ ਦੇਖਦੇ ਹਾਂ, ਨਾਲ ਨਾਲ ਇਹਦੀ ਡਿਸਕ੍ਰਿਪਸ਼ਨ ਵੀ ਪੜ੍ਹਾਂਗੇ। ਇਹਨਾਂ ਤੋਂ ਇਲਾਵਾ ਬੱਚਿਓ ਜਿਹੜੀ ਤੀਜੀ ਚੀਜ਼ ਆ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਪਾਰਟ ਹੈ ਇਸ ਹੀਮੋਸਾਈਟੋਮੀਟਰ ਦਾ, ਐਕਚੁਅਲੀ ਇਹੀ ਹੀਮੋਸਾਈਟੋਮੀਟਰ ਹੈ। So this is called as the Neobar hemocytometer and this is made in Germany by Marinfield company. So ਇਹਦੇ ਵਿੱਚ ਬੱਚਿਓ ਕੀ ਹੈ ਕਿ ਤੁਹਾਡੇ ਕੋਲ ਬਹੁਤ ਛੋਟੇ ਲੈਵਲ ਦੇ ਐਨਗ੍ਰੇਵਡ ਸਕੁਐਰਸ ਨੇ। ਠੀਕ ਹੈ, ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਊਂਗਾ ਕਿ ਮਾਈਕਰੋਸਕੋਪ ਦੇ ਅੰਡਰ ਜਦੋਂ ਇਹ ਨਿਊ ਬਾਰ ਨੂੰ ਰੱਖ ਲਿਆ ਜਾਂਦਾ ਤਾਂ ਅਸੀਂ ਕੀ ਦੇਖਣਾ ਉਹਦੇ ਵਿੱਚ ਕਿ ਇਹਦੇ ਅੰਦਰ ਇਸ ਥਾਂ ਦੇ ਉੱਪਰ ਇੱਕ ਸਕੁਐਰ ਹੈ, ਉਹਦੇ ਵਿੱਚ ਅੱਗੇ ਖਾਨੇ ਬਣੇ ਹੋਏ ਨੇ, ਛੋਟੇ ਛੋਟੇ ਸਕੁਐਰਸ ਹੋਰ ਬਣੇ ਹੋਏ ਨੇ ਤੇ ਇੱਕ ਸਕੁਐਰ ਇਸ ਥਾਂ ਦੇ ਉੱਪਰ ਹੈ। ਇਹਦਾ ਮਤਲਬ ਇਸ ਨਿਊ ਬਾਰ ਹੀਮੋਸਾਈਟੋਮੀਟਰ ਦੇ ਵਿੱਚ ਦੋ ਸਕੁਐਰਸ ਨੇ, ਇੱਕ ਇੱਥੇ ਇੱਕ ਇੱਥੇ।
ਸਭ ਤੋਂ ਪਹਿਲਾਂ ਆਪਾਂ ਇਸ ਥਾਂ ਨੂੰ ਮਾਈਕਰੋਸਕੋਪ ਦੇ ਵਿੱਚ ਦੇਖਣਾ, ਫਿਰ ਨੀਚੇ ਵਾਲੀ ਸਕੁਐਰ ਨੂੰ ਮਾਈਕਰੋਸਕੋਪ 'ਚ ਦੇਖਣਾ, ਤੇ ਉਹਦੇ ਵਿੱਚ ਅਸੀਂ WBC ਤੇ RBC ਕਾਊਂਟ ਕਰਨੇ ਆ। ਜੇ ਇਸ ਨਿਓਬਾਰ ਦੀ ਡੈਪਥ ਦੀ ਗੱਲ ਕੀਤੀ ਜਾਵੇ, ਸੋ ਇੱਥੇ ਬੱਚਿਓ ਜਿਹੜੇ ਸਕੁਐਰਸ ਬਣੇ ਹੋਏ ਨੇ ਉਹਨਾਂ ਦਾ ਜਿਹੜਾ ਡੈਪਥ ਦਾ ਪੈਰਾਮੀਟਰ ਹੈ ਜਾਂ ਡੈਪਥ ਦਾ ਕੋਫੀਸ਼ੀਐਂਟ ਹੈ ਉਹਨੂੰ ਬੱਚਿਓ 10 ਮੰਨਿਆ ਜਾਂਦਾ, ਇਟ ਇਜ਼ 10। ਸੋ ਇੱਥੇ ਲਿਖਿਆ ਵੀ ਹੋਇਆ the depth profounder is 0.100 mm। ਸੋ ਇਹ ਬਹੁਤ ਘੱਟ ਡੂੰਘੀ ਹੈ। ਜਿਹੜੇ ਸਕੁਐਰਸ ਨੇ ਇਹ ਨੀਚੇ ਵਾਲੇ ਪਾਸੇ ਨੂੰ ਡੂੰਘੇ ਨੇ, ਜਿਹਦੇ ਵਿੱਚ RBC ਤੇ WBC ਬੈਠ ਜਾਣਗੇ, ਪਰ ਉਹ ਜਿਹੜੀ ਡੈਪਥ ਹੈਗੀ ਆ ਇਟ ਇਜ਼ ਵੈਰੀ ਵੈਰੀ ਸਮੋਲ, ਸੋ ਇਟ ਇਜ਼ 0.100 ਮਿਲੀਮੀਟਰ। ਸੋ ਇੱਥੇ ਇੱਕ ਤੁਹਾਨੂੰ ਨਿਓਬਾਰ ਹੀਮੋਸਾਈਟੋਮੀਟਰ ਦਿਖਾਇਆ ਜਾ ਰਿਹਾ, ਐਂਡ ਇਹਦੇ ਵਿੱਚ ਇਸ ਥਾਂ ਦੇ ਉੱਤੇ ਬਹੁਤ ਛੋਟੇ ਛੋਟੇ ਸਕੁਐਰਸ ਇਨਗ੍ਰੇਵਡ ਹੈਗੇ ਆ, ਐਂਡ ਇੱਕ ਸਕੁਐਰਸ ਹੈਗੇ ਨੇ ਇਸ ਥਾਂ ਦੇ ਉੱਪਰ। ਐਨੀ ਹਾਓ ਅੱਗੇ ਚੱਲੀਏ ਫਿਰ ਤੁਹਾਨੂੰ ਜਲਦੀ ਪਤਾ ਲੱਗੇਗਾ। ਸੋ ਵੀ ਆਰ ਟੇਕਿੰਗ ਅ ਬਲੱਡ ਸੈਂਪਲ ਨਾਓ। ਸੋ ਬੱਚਿਓ ਕੀ ਕਰਨਾ ਹੈ ਕਿ ਆਪਣੀ ਉਂਗਲੀ ਨੂੰ ਪ੍ਰਿਕ ਕਰ ਲੈਣਾ, ਐਂਡ ਉਹਦੇ ਵਿੱਚੋਂ ਕਾਫੀ ਸਾਰਾ ਜਿਹੜਾ ਬਲੱਡ ਹੈ ਉਹ ਆਪਣੀ ਇੱਕ ਮਾਈਕਰੋਸਕੋਪ ਦੇ ਉੱਪਰ ਇੱਕ ਡ੍ਰੌਪ ਉਹਦਾ ਲਗਾ ਲੈਣਾ, ਐਂਡ ਇਹ ਡ੍ਰੌਪ ਦੇ ਵਿੱਚ ਕਾਫੀ ਸਾਰਾ ਬਲੱਡ ਹੋਣਾ ਚਾਹੀਦਾ। ਜੇ ਇਹਦੇ ਵਿੱਚ ਘੱਟ ਬਲੱਡ ਹੋਏਗਾ ਤਾਂ ਇਹ ਪਿਪਟ ਦੇ ਵਿੱਚ ਸੱਕ ਨਹੀਂ ਹੋ ਪਾਏਗਾ। ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ। ਸੋ ਇੱਥੇ ਕਾਫੀ ਸਾਰਾ ਬਲੱਡ ਤੁਸੀਂ ਜਲਦੀ ਤੋਂ ਜਲਦੀ ਕੱਢਣਾ, ਕਿਉਂਕਿ ਬਲੱਡ ਜਦੋਂ ਬਾਹਰ ਆ ਜਾਂਦਾ ਬਾਡੀ ਤੋਂ ਉਸ ਤੋਂ ਬਾਅਦ ਫਿਰ ਇਹ ਕਲੌਟ ਵੀ ਹੋਣਾ ਸ਼ੁਰੂ ਹੋ ਜਾਂਦਾ। ਸੋ ਤੁਸੀਂ ਇਹ ਪ੍ਰੋਸੀਜਰ ਤਕਰੀਬਨ 10 ਤੋਂ 15 ਸੈਕਿੰਡ ਦੇ ਵਿੱਚ ਕਰ ਲੈਣਾ। ਅਦਰਵਾਈਜ਼ ਜਿਹੜਾ ਇਹ ਬਲੱਡ ਹੁੰਦਾ ਕਈ ਵਾਰ ਇੱਦਾਂ ਹੁੰਦਾ ਕਿ ਪਿਪਟ ਦੇ ਵਿੱਚ ਜਾ ਕੇ ਇਹ ਕਲੌਟ ਹੋ ਜਾਂਦਾ। ਸੋ ਤਕਰੀਬਨ 10 ਤੋਂ 15 ਸੈਕਿੰਡ ਦੇ ਵਿੱਚ ਇਹ ਬਲੱਡ ਬਾਹਰ ਕੱਢ ਲੈਣਾ ਤੁਸੀਂ, ਅਤੇ ਉਸ ਤੋਂ ਬਾਅਦ ਫਿਰ ਜਲਦੀ ਤੋਂ ਜਲਦੀ ਪਿਪਟ ਦੇ ਵਿੱਚ ਸਕਿੰਗ ਸ਼ੁਰੂ ਕਰਨੀ ਹੈ। ਓਕੇ ਨਾਓ ਜੀ, ਇਸ ਤੋਂ ਬਾਅਦ ਬੱਚਿਓ ਚੱਲਿਆ ਜਾਵੇ ਨੈਕਸਟ ਪਾਰਟ ਜਿਹੜਾ ਇਹਦੇ ਵਿੱਚ ਇੰਪੋਰਟੈਂਟ ਆ ਉਹ ਹੈਗਾ ਬੱਚਿਓ WBC ਡਿਲਿਊਟਿੰਗ ਫਲੂਇਡ। ਇਹ ਜਿਹੜਾ ਫਲੂਇਡ ਆ ਇਹ ਵੀ WBC ਕਾਊਂਟਿੰਗ ਦੇ ਵਿੱਚ ਹੈਲਪ ਕਰਦਾ। ਇਹਨੂੰ ਟਰਕਸ ਫਲੂਇਡ ਵੀ ਕਹਿੰਦੇ ਆ। ਐਂਡ ਟਰਕਸ ਫਲੂਇਡ ਹੈ ਜਿਹੜਾ ਇਹਦੇ ਵਿੱਚ 3 ਮੇਨ ਚੀਜ਼ਾਂ ਪਾਈਆਂ ਜਾਂਦੀਆਂ। ਗਲੇਸ਼ੀਅਲ ਐਸੀਟਿਕ ਐਸਿਡ ਹੈ 1.5 mm, ਦੈਨ ਕ੍ਰਿਸਟਲ ਜੈਂਸ਼ਨ ਵਾਇਲਟ ਹੈਗੀ ਹੈ ਜਿਹਦੇ ਕਰਕੇ ਇਹਦਾ ਬਲੂ ਕਲਰ ਹੈਗਾ, ਇਟ ਇਜ਼ 1 ml। ਦੈਨ ਵੀ ਹੈਵ ਦਾ ਡਿਸਟਿਲਡ ਵਾਟਰ ਵਿਚ ਇਜ਼ ਦਾ ਸੋਲਵੈਂਟ, ਇਟ ਇਜ਼ 98 ml। ਸੋ ਪਾਣੀ ਦੇ ਵਿੱਚ ਗਲੇਸ਼ੀਅਲ ਐਸਿਟਿਕ ਐਸਿਡ ਤੇ ਜੈਂਸ਼ਨ ਵਾਇਲਟ ਡਾਈ ਅਸੀਂ ਪਾਈ ਹੋਈ ਹੈ। ਬਹੁਤ ਇੰਪੋਰਟੈਂਟ ਜਿਹੜਾ ਇਹਦਾ ਰੋਲ ਹੈਗਾ ਉਹ ਕੀ ਹੈ ਕਿ ਜਿਹੜਾ ਤੁਸੀਂ ਬਲੱਡ ਪਹਿਲਾਂ ਲਿਆ ਸੀ ਬੱਚਿਓ, ਜਦੋਂ ਇਹਦੇ ਵਿੱਚ ਤੁਸੀਂ ਟਰਕਸ ਫਲੂਇਡ ਐਡ ਕਰ ਦੋ ਤਾਂ ਕੀ ਹੋਏਗਾ, ਇਹਦੇ ਵਿੱਚ ਸਿਰਫ ਤੇ ਸਿਰਫ WBC ਬਚਣਗੇ, RBC ਸਾਰੇ ਦੇ ਸਾਰੇ ਟੁੱਟ ਜਾਣਗੇ। ਇਹਦਾ ਮਤਲਬ ਹੈ ਕਿ ਤੁਸੀਂ ਕਾਊਂਟਿੰਗ ਕਾਹਦੀ ਕਰਨੀ ਹੈ, WBC ਦੀ। ਸੋ ਅਸੀਂ WBC ਹੀ ਬਚਾਉਣੇ ਆ, RBC ਸਗੋਂ ਸਾਨੂੰ ਨਹੀਂ ਚਾਹੀਦੇ। ਜੇ RBC ਵਿੱਚ ਹੋਣਗੇ ਤਾਂ WBC ਦੀ ਕਾਊਂਟਿੰਗ ਕਾਫੀ ਔਖੀ ਹੋ ਜਾਏਗੀ। ਸੋ ਇਸ ਕਰਕੇ ਟਰਕਸ ਫਲੂਇਡ ਹੈ ਜਿਹੜਾ ਉਹ ਅਸੀਂ ਇਹਦੇ ਵਿੱਚ ਐਡ ਕਰਦੇ ਹਾਂ। ਇਹ RBCs ਨੂੰ ਹੀਮੋਲਾਈਜ਼ ਕਰ ਦਿੰਦਾ ਅਤੇ ਸਿਰਫ WBC ਉਹਦੇ ਵਿੱਚ ਬਚ ਜਾਂਦੇ ਆ ਜਿਹੜੇ ਕਿ ਵਾਇਲਟ ਸਟੇਨ ਹੋ ਜਾਂਦੇ ਨੇ। ਸੋ ਦਿਸ ਇਜ਼ ਦਾ ਫੰਕਸ਼ਨ ਆਫ ਦੀ ਟਰਕਸ ਫਲੂਇਡ। ਇਸ ਤੋਂ ਬਾਅਦ ਬੱਚਿਓ ਸਾਨੂੰ ਇੱਕ ਮਾਈਕਰੋਸਕੋਪ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਆਬਜ਼ਰਵੇਸ਼ਨ ਕਰਨੀ ਹੈ। ਇੱਥੇ ਹੀ ਅਸੀਂ ਹੀਮੋਸਾਈਟੋਮੀਟਰ ਰੱਖਾਂਗੇ ਅਤੇ ਸਕੁਐਰਸ ਦੇ ਵਿੱਚ ਅਸੀਂ ਗਿਣਤੀ ਕਰਾਂਗੇ। ਹੁਣ ਬੱਚਿਓ ਇੱਕ ਸਾਨੂੰ ਕਾਟਨ ਐਂਡ ਰਬਿੰਗ ਐਲਕੋਹਲ ਚਾਹੀਦੀ ਹੈ। ਸਾਨੂੰ ਪਤਾ ਕਿ ਜਦੋਂ ਅਸੀਂ ਬਲੱਡ ਉਂਗਲੀ ਦੇ ਵਿੱਚੋਂ ਲੈਣਾ ਤਾਂ ਸਟੈਰਲਾਈਜੇਸ਼ਨ ਦੀ ਲੋੜ ਹੈਗੀ ਹੈ। ਸੋ ਬੱਚਿਓ ਕੀ ਹੁੰਦਾ ਕਿ ਜਿਹੜਾ ਤੁਸੀਂ ਬਲੱਡ ਡ੍ਰੌਪ ਲਿਆ ਉਹਨੂੰ ਹੁਣ ਅਸੀਂ ਪਿਪਟ ਦੇ ਵਿੱਚ ਸੱਕ ਕਰਨਾ ਸ਼ੁਰੂ ਕਰਨਾ। ਐਂਡ ਇਹ ਪਿਪਟ ਕਿਹੜੀ ਸੀ, ਇਹ ਪਿਪਟ ਹੈਗੀ WBC ਪਿਪਟ, ਜਿਹਦੇ ਵਿੱਚ ਵਾਈਟ ਬੀਡ ਸੀ ਅਤੇ ਇਹਦੇ 'ਚ ਮਾਰਕਿੰਗ ਸੀਗੀ ਜਿਹੜੀ ਕਿ ਤੁਸੀਂ ਇੱਥੇ ਦੇਖ ਸਕਦੇ ਹੋ 0.5 ਦੀ, ਐਂਡ ਇੱਕ ਮਾਰਕਿੰਗ ਉੱਪਰ ਜਾ ਕੇ ਸੀਗੀ 11 ਦੀ। ਸੋ ਆਪਾਂ ਦੇਖਦੇ ਹਾਂ ਕਿ ਇਹ ਬਲੱਡ ਕਿੱਦਾਂ ਸੱਕ ਸੋ ਹੁਣ ਇੱਥੇ ਕੀ ਹੋਇਆ ਕਿ 0.5 ਤੱਕ ਅਸੀਂ ਇਹ ਜਿਹੜਾ ਬਲੱਡ ਆ ਉਹ ਸੱਕ ਕੀਤਾ।
ਇਹਦੇ ਵਿੱਚ ਬੱਚਿਓ ਕੋਈ ਵੀ 에ਅਰ ਬਬਲ ਨਹੀਂ ਹੋਣਾ ਚਾਹੀਦਾ। ਜੇ 에ਅਰ ਬਬਲ ਵਿੱਚ ਆ ਜਾਂਦਾ ਇਹਦਾ ਮਤਲਬ ਹੈ ਸਾਡੀ ਟੋਟਲ ਵੋਲਿਊਮ ਜਿੰਨੀ ਬਲੱਡ ਦੇ ਅੰਦਰ ਗਈ ਹੈ ਉਹ 0.5 ਮਾਈਕਰੋਲੀਟਰ ਨਹੀਂ ਹੈਗੀ, ਉਸ ਤੋਂ ਘੱਟ ਜੇਗੀ। ਕਿਉਂਕਿ ਜਿੱਥੇ ਬਲੱਡ ਹੋਣਾ ਚਾਹੀਦਾ ਸੀ ਉੱਥੇ ਹੁਣ ਹਵਾ ਹੈ, ਉੱਥੇ 에ਅਰ ਹੈ, ਕਿਉਂਕਿ 에ਅਰ ਬਬਲ ਆ ਗਿਆ। ਸੋ ਇਸ ਕਰਕੇ ਤੁਹਾਡੇ ਜਿਹੜੇ WBC ਦੇ ਕਾਊਂਟਸ ਹੋਣਗੇ ਉਹ ਘੱਟ ਜਾਣਗੇ। ਠੀਕ ਹੈ, ਸੋ ਇਹ 0.5 ਲੈਣਾ ਬਹੁਤ ਜ਼ਰੂਰੀ ਹੈ। ਨਾ ਇਸ ਤੋਂ ਬਾਅਦ ਕੀ ਕਰਨਾ ਜੱਸੀ? ਜਿਹੜਾ ਸਖਤ ਬਲੱਡ ਹੈ ਉਹਦੇ ਵਿੱਚ ਅਸੀਂ ਬੱਚਿਓ ਹੁਣ ਸਕ ਕਰਨਾ ਹੈ ਟਰਕਸ ਫਲੂਇਡ। ਸੋ ਇਹਨੇ ਇੱਥੇ ਕੀ ਕੀਤਾ ਵੀ ਬੀਕਰ ਦੇ ਵਿੱਚ ਟਰਕਸ ਫਲੂਇਡ ਲੈ ਲਿਆ। ਹੁਣ ਇਹਨੂੰ ਸਕ ਕਰਾਂਗੇ ਅਸੀਂ 0.5 ਤੋਂ ਉੱਪਰ। ਨਾ ਜੱਸੀ ਲਓ ਬੱਚਿਓ, ਇਹ ਜਿਹੜਾ ਟਰਕਸ ਫਲੂਇਡ ਹੈ ਅਸੀਂ 11 ਮਾਰਕ ਤੱਕ ਲਵਾਂਗੇ। ਸੋ ਇਹ ਵੀ 11 ਮਾਰਕ ਤੱਕ ਹੋਣਾ ਚਾਹੀਦਾ। ਇਟ ਸ਼ੁੱਡ ਬੀ ਵੈਰੀ ਐਗਜ਼ੈਕਟਲੀ ਲਾਈਕ ਸਕਡ। ਸੋ ਇਹਦੇ ਵਾਸਤੇ ਕਾਫੀ ਐਕਸਪੀਰੀਅੰਸ ਚਾਹੀਦਾ ਐਗਜ਼ੈਕਟ ਸਕਿੰਗ ਵਾਸਤੇ। ਸੋ ਜਿਹੜਾ ਐਕਸਟਰਾ ਜਿਹੜਾ ਫਲੂਇਡ ਬਾਹਰ ਲੱਗਿਆ ਉਹਨੂੰ ਤੁਸੀਂ ਸਾਫ਼ ਕਰ ਦੇਣਾ ਵਿਦ ਦਾ ਕਾਟਨ ਐਂਡ ਦੀ ਐਲਕੋਹਲ। ਹੁਣ ਬੱਚਿਓ ਅਸੀਂ ਇਸ ਸਾਰੀ ਵਾਇਲ ਨੂੰ ਸਟੇਰ ਕਰਾਂਗੇ। ਸੋਲਿਊਸ਼ਨ ਨੂੰ ਸਟੇਰ ਕਰ ਦੇਣਾ। ਸੋ ਇਹਨੂੰ ਤੁਸੀਂ ਕਾਫੀ ਵਾਰ ਹਿਲਾਉਣਾ ਤਾਂ ਕਿ ਜਿਹੜਾ RBC ਹੈ ਉਹ ਸਾਰੇ ਟੁੱਟ ਜਾਣ ਐਂਡ ਜਿਹੜਾ ਟਰਕਸ ਫਲੂਇਡ ਹੈ ਇਹ ਆਪਣਾ ਕੰਮ ਕਰੇ, RBC ਨੂੰ ਲਾਈਜ਼ ਕਰ ਦੇਵੇ, ਸਿਰਫ ਇਹਦੇ ਵਿੱਚ WBC ਰਹਿ ਜਾਣ। ਹੁਣ ਬੱਚਿਓ ਇਹ ਜਿਹੜਾ ਸਾਡਾ ਬਲੱਡ ਸੀਗਾ ਉਹ ਇਸ ਹੀਮੋਸਾਈਟੋਮੀਟਰ ਦੇ ਉੱਪਰ ਪਾਉਣ ਵਾਸਤੇ ਰੈਡੀ ਹੈ। ਐਂਡ ਜੇ ਇੱਕ ਚੀਜ਼ ਥੋੜ੍ਹੀ ਜਿਹੀ ਧਿਆਨ ਨਾਲ ਦੇਖੀ ਜਾਵੇ ਉਹ ਇਹ ਸੀਗੀ ਕਿ ਪਿਪਟ ਦੇ ਉੱਤੇ ਮਾਰਕਿੰਗਸ ਕਿਹੜੀਆਂ ਸੀਗੀਆਂ, 0.5 ਦੀ ਤੇ 11 ਦੀ। ਤੇ ਜੇ ਇਹਨੂੰ ਆਪਾਂ ਬੱਚਿਓ ਡਿਵਾਈਡ ਕਰਕੇ ਦੇਖੀਏ ਇਹ 20 ਫੈਕਟਰ ਨਿਕਲਦਾ। ਸੋ ਇਟ ਇਜ਼ 20 ਟਾਈਮਸ ਡਿਲੂਸ਼ਨ। ਜੇ 0.5 ਨੂੰ 20 ਗੁਣਾ ਕਰ ਦਈਏ ਤਾਂ ਉਹ 11 ਤੱਕ ਪਹੁੰਚ ਜਾਏਗਾ। ਠੀਕ ਹੈ, ਇਹਦਾ ਮਤਲਬ ਜਿੰਨਾ ਅਸੀਂ ਬਲੱਡ ਲਿਆ 0.5 ਉਹ ਜਦੋਂ 11 ਤੱਕ ਅਸੀਂ ਟਰਕ ਫਲੂਇਡ ਭਰਿਆ ਉਹ 20 ਗੁਣਾ ਡਿਲਿਊਟ ਹੋ ਗਿਆ। ਸੋ ਇੱਥੇ ਡਿਲਿਊਸ਼ਨ ਫੈਕਟਰ ਅਸੀਂ ਕਿੰਨਾ ਲਿਆ 20 ਟਾਈਮਸ, ਯਾਦ ਰੱਖਣਾ ਇਹ। ਸੋ ਇਹ ਜਿਹੜਾ 20 ਗੁਣਾ ਡਿਲਿਊਟਿਡ ਬਲੱਡ ਹੈ ਹੁਣ ਇਨ ਦਾ ਟਰਕਸ ਫਲੂਇਡ ਉਹ ਅਸੀਂ ਇਸ ਹੀਮੋਸਾਈਟੋਮੀਟਰ ਦੇ ਸਕੁਐਰਸ ਦੇ ਉੱਤੇ ਪਾਵਾਂਗੇ, ਜਿਹੜਾ ਕਿ ਇੱਕ ਇੱਥੇ ਸੀ ਇੱਕ ਬੱਚਿਓ ਨੀਚੇ ਹੈ। ਐਂਡ ਉਸ ਤੋਂ ਪਹਿਲਾਂ ਅਸੀਂ ਇੱਕ ਕਵਰ ਸਲਿੱਪ ਰੱਖਾਂਗੇ। ਜੱਸੀ ਕਿੱਦਾਂ? Take the counting chamber and the cover slip, both pre-cleaned with alcohol. Carefully position the cover glass on top of the support platforms located on both sides of the counting chamber platforms. Discard the first few drops from the WBC pipette. ਸੋ ਬੱਚਿਓ ਪਹਿਲੇ 3-4 ਡ੍ਰੌਪਸ ਅਸੀਂ ਡਿਸਕਾਰਡ ਕਰ ਦੇਣੇ ਆ, ਉਹ ਸਿੱਟ ਦੇਣੇ ਆ। ਕਿਉਂ? ਕਿਉਂਕਿ ਉਹ ਸਟਿਰ ਨਹੀਂ ਹੋਏ ਹੋਣਗੇ। ਕਿਉਂਕਿ ਜਦੋਂ ਆਪਾਂ ਟਰਕਸ ਫਲੂਇਡ ਸਕ ਕੀਤਾ ਸੀ ਤਾਂ ਸਾਰਾ ਬਲੱਡ ਉੱਪਰ ਵਾਲੀ ਜਿਹੜੀ ਪਿਪਟ ਦੀ ਵਾਇਲ ਸੀਗੀ, ਜਿਹੜਾ ਬਲਬ ਸੀਗਾ ਉਹਦੇ ਵਿੱਚ ਚਲਿਆ ਗਿਆ ਸੀ। ਹੁਣ ਜਿਹੜਾ ਨੀਚੇ ਵਾਲੀ ਪਿਪਟ ਦੀ ਪਾਰਟ ਹੋਏਗਾ ਜਿੱਥੇ 1 ਤੱਕ ਦਾ ਮਾਰਕਿੰਗ ਸੀ 0.5 ਤੇ 1 ਤੱਕ, ਉੱਥੇ ਸਿਰਫ ਤੇ ਸਿਰਫ ਟਰਕਸ ਫਲੂਇਡ ਹੋਏਗਾ। ਸੋ ਆਪਾਂ ਉਹ ਟਰਕਸ ਫਲੂਇਡ ਨੂੰ ਬਾਹਰ ਕੱਢ ਦੇਣਾ ਤੇ ਫਿਰ ਉੱਤੋਂ ਆਪਣੇ ਬਲੱਡ ਤੇ ਟਰਕ ਫਲੂਇਡ ਵਾਲਾ ਜਿਹੜਾ ਸੋਲਿਊਸ਼ਨ ਆ ਉਹ ਨੀਚੇ ਆਏਗਾ। ਇਸ ਕਰਕੇ ਕੁਝ ਪਾਰਟ ਅਸੀਂ ਡਿਸਕਾਰਡ ਕਰ ਦੇਣਾ।
ਨਾ ਇਹ ਬੱਚਿਓ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਹੀਮੋਸਾਈਟੋਮੀਟਰ ਦਾ ਜਿਹੜਾ ਕਿ ਸਕੁਆਇਰ ਸੀਗੇ ਉਹਦੇ ਵਿੱਚ ਦੋ ਸਕੁਆਇਰ ਸੀ, ਇਹ ਦੋਵਾਂ ਦੇ ਵਿੱਚੋਂ ਇੱਕ ਸਕੁਆਇਰ ਹੈ ਉੱਪਰ ਵਾਲਾ, ਠੀਕ ਹੈ। ਸੋ ਇਹ ਐਕਚੁਅਲੀ ਐਡਾ ਵੱਡਾ ਸਕੁਆਇਰ ਹੈ ਜਿਹੜਾ ਕਿ ਉੱਪਰ ਵਾਲਾ ਸਕੁਆਇਰ ਸੀ, ਬਿਲਕੁਲ ਸੇਮ ਇੱਦਾਂ ਦਾ ਹੀ ਸਕੁਆਇਰ ਨੀਚੇ ਵੀ ਹੈਗਾ, ਠੀਕ ਹੈ। ਸੋ ਇਸ ਇੱਕ ਸਕੁਆਇਰ ਦੇ ਵਿੱਚ ਅੱਗੇ ਬੱਚਿਓ ਬਹੁਤ ਬੜੇ ਸਾਰੇ ਸਕੁਆਇਰਸ ਹੈਗੇ ਆ, ਬਹੁਤ ਸਾਰੇ ਖਾਨੇ ਆ। ਇਹਦੇ ਵਿੱਚੋਂ ਜਿਹੜੇ ਇੱਥੇ ਬਲੈਕ ਕੀਤੇ ਹੋਏ ਨੇ 4 ਸਕੁਆਇਰਸ, ਇਹਨਾਂ ਦੇ ਵਿੱਚ ਹੀ ਆਪਾਂ ਸਿਰਫ WBC ਕਾਊਂਟ ਕਰਨੇ ਆ। ਸੋ ਇੱਕ ਚੀਜ਼ ਯਾਦ ਰੱਖਣੀ ਆ ਕਿ ਇੱਕ ਸਕੁਆਇਰ ਦੇ ਵਿੱਚ 16 ਖਾਨੇ ਨੇ, 1 2 3 4 ਤੇ 4 ਹੀ ਨੀਚੇ ਨੂੰ ਹੈ। ਸੋ ਇਹਦਾ ਮਤਲਬ ਇੱਥੇ ਇਹ ਚੀਜ਼ ਧਿਆਨ ਰੱਖਣੀ ਆ। ਜਿਹੜੇ ਬੱਚੇ ਆ ਛੋਟੇ ਸਕੁਆਇਰਸ ਨੇ ਸੈਂਟਰ 'ਚ, ਇਹ ਵਾਲਾ ਸਕੁਆਇਰ ਆ, ਇੱਥੇ ਅਸੀਂ RBC ਕਾਊਂਟ ਕਰਦੇ ਹਾਂ। ਉਹ ਮੈਂ ਤੁਹਾਨੂੰ ਜਦੋਂ RBC ਕਾਊਂਟਿੰਗ ਦਾ ਐਕਸਪੈਰੀਮੈਂਟ ਹੋਏਗਾ ਉਦੋਂ ਦੱਸੂਗਾ ਵੀ ਇੱਥੇ ਕਾਊਂਟਿੰਗ ਕਿੱਦਾਂ ਕਰਨੀ ਹੈ। ਸੋ WBC ਇਹ 4 ਸਕੁਆਇਰਸ 'ਚ ਕਰਨੀ ਹੈ, RBC ਨੀਚੇ ਜਿਹੜੀ ਸੈਂਟਰ ਦੇ ਵਿੱਚ ਸਕੁਆਇਰਸ ਨੇ ਉਹਨਾਂ 'ਚ ਕਾਊਂਟ ਹੁੰਦੀ ਹੈ, ਉਹ ਬਾਹਰ ਨਹੀਂ ਕਾਊਂਟਿੰਗ ਹੁੰਦੀ, ਠੀਕ ਹੈ। ਜਦੋਂ ਵੀ ਬੱਚਿਓ ਆਪਾਂ ਇਹ ਸਕੇਅਰਸ ਲੋਕੇਟ ਕਰਨੇ ਹੁੰਦੇ ਆ ਤਾਂ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ 10x ਤੋਂ, ਦੈਨ ਵੀ ਗੋ ਵਿਦ ਦਾ 40x ਐਂਡ ਐਂਡ ਦੇ ਉੱਪਰ ਅਸੀਂ ਜਦੋਂ ਐਕਚੁਅਲ WBC ਦੀ ਕਾਊਂਟਿੰਗ ਕਰਨੀ ਹੈ, ਜਦੋਂ ਸਾਨੂੰ ਇਹ ਬਲੈਕ ਸਕੁਆਇਰ ਲੱਭ ਗਏ ਨੇ, ਫਿਰ ਅਸੀਂ ਜਾਂਦੇ ਹਾਂ ਬੱਚਿਓ 100x ਦੇ ਉੱਪਰ, ਆਇਲ ਇਮਰਸ਼ਨ ਲੈਂਸ ਦੇ ਨਾਲ 100x ਦੇ ਉੱਤੇ WBC ਕਾਊਂਟ ਕਰਦੇ ਹਾਂ। ਸੋ ਫਿਲਹਾਲ ਇਹ ਜਿਹੜੀ ਤੁਹਾਨੂੰ ਡਾਇਗਰਾਮ ਇੱਥੇ ਦਿਖਾਈ ਜਾ ਰਹੀ ਹੈ ਇਹ 40x ਦੇ ਉੱਪਰ ਹੈਗੀ ਹੈ, ਠੀਕ ਹੈ। ਅੱਗੇ ਚੱਲੀਏ। ਓਕੇ ਬੱਚਿਓ, ਇੱਕ ਮਾਰਜਿਨ ਰੂਲ ਹੁੰਦਾ, ਇਹਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ। ਮਾਰਜਿਨ ਰੂਲ ਕੀ ਕਹਿੰਦਾ ਕਿ ਜਦੋਂ ਵੀ ਤੁਸੀਂ ਇਹਦੇ ਤੇ WBC ਕਾਊਂਟ ਕਰਨੇ ਆ ਤਾਂ ਜਿਹੜਾ WBC ਇਸ ਲਾਈਨ ਦੇ ਉੱਪਰ ਆ ਗਿਆ, ਸਪੋਜ਼ ਇੱਕ WBC ਇੱਥੇ ਆ ਗਿਆ ਲਾਈਨ ਦੇ ਉੱਪਰ, ਮੈਂ ਤਾਂ ਬਹੁਤ ਵੱਡਾ ਦਿਖਾ ਰਿਹਾ ਤੁਹਾਨੂੰ ਪਰ WBC ਕਾਫੀ ਛੋਟਾ ਹੋਏਗਾ, ਉਹ ਜੇ ਇਸ ਲਾਈਨ ਦੇ ਉੱਤੇ ਆ ਗਿਆ ਤਾਂ ਤੁਸੀਂ ਕਾਊਂਟ ਕਰ ਲੈਣਾ। ਜਿਹੜੀਆਂ ਇੱਥੇ ਯੈਲੋ ਲਾਈਨਸ ਦਿਖਾਈਆਂ ਗਈਆਂ, ਜੇ ਇਹਨਾਂ ਦੇ ਉੱਪਰ ਕੋਈ WBC ਆ ਜਾਂਦਾ ਤਾਂ ਤੁਸੀਂ ਉਹਨਾਂ ਨੂੰ ਕਾਊਂਟ ਕਰ ਲੈਣਾ, ਪਰ ਜੇ ਉਹ ਉੱਪਰ ਤੇ ਸੱਜੇ ਪਾਸੇ ਆਉਂਦੇ ਆ ਫਿਰ ਤੁਸੀਂ ਕਾਊਂਟ ਨਹੀਂ ਕਰਨਾ। ਇਹਦਾ ਮਤਲਬ ਹੈ ਕਿ ਲਾਈਨਸ ਨੂੰ ਤੁਸੀਂ ਅਵੋਇਡ ਨਹੀਂ ਕਰਨਾ, ਹਾਫ ਲਾਈਨਸ ਲੈ ਲੈਣੀ ਹੈ, ਹਾਫ ਲਾਈਨਸ ਨੂੰ ਛੱਡ ਦੇਣਾ। ਸੋ ਜੇ ਇੱਕ ਸਕੁਆਇਰ ਦੇ ਵਿੱਚ 4 ਲਾਈਨਸ ਹੈ, 4 ਸਾਈਡਸ ਨੇ ਮੰਨ ਲਓ, ਤਾਂ ਅਸੀਂ 2 ਸਾਈਡਸ ਦੇ ਉੱਪਰ ਆਏ WBC ਕਾਊਂਟ ਕਰਨੇ ਆ, 2 ਦੇ WBC ਅਸੀਂ ਛੱਡ ਦੇਣੇ ਆ। ਇਹਨੂੰ ਬੱਚਿਓ ਮਾਰਜਿਨ ਰੂਲ ਕਹਿੰਦੇ ਆ, ਠੀਕ ਹੈ। Now students, now here you can see the WBCs. Now these are the WBCs. They are very small and ਇਹਨਾਂ ਨੂੰ ਆਪਾਂ ਦੇਖਦੇ ਆ ਵੀ ਕਾਊਂਟਿੰਗ ਚੈਂਬਰ ਤੇ ਸਾਨੂੰ ਕਿੱਦਾਂ ਦਿਖਦੇ ਆ। ਸੋ ਬੱਚਿਓ, ਉਹਨਾਂ 4 ਸਕੁਆਇਰਸ ਦੇ ਵਿੱਚ ਅਸੀਂ ਜਦੋਂ WBC ਕਾਊਂਟ ਕਰ ਲਿਆ, ਸਪੋਜ਼ ਜਿੰਨਾ ਵੀ ਨੰਬਰ ਆਉਂਦਾ ਸਾਡਾ WBC ਦਾ ਉਹਨਾਂ 4 ਸਕੁਆਇਰਸ ਦੇ ਵਿੱਚ, ਉਹਨੂੰ ਬੱਚਿਓ ਆਪਾਂ ਸਿੰਪਲੀ 50 ਦੇ ਨਾਲ ਮਲਟੀਪਲਾਈ ਕਰ ਦੇਣਾ ਐਂਡ ਉਹ ਸਾਡਾ WBC ਕਾਊਂਟ ਆ ਜਾਏਗਾ। ਸੋ ਇਹ ਤਾਂ ਬੱਚਿਓ ਹੈਗਾ ਸ਼ਾਰਟਕਟ ਮੈਥਡ। ਸ਼ਾਰਟਕਟ ਦਾ ਮਤਲਬ ਹੈ ਕਿ ਜਿੰਨੇ ਤੁਸੀਂ ਨੰਬਰ ਆਫ ਸੈਲਸ 4 ਸਕੁਆਇਰਸ ਦੇ ਵਿੱਚ ਕੱਢੇ ਉਹਨੂੰ 50 ਨਾਲ ਮਲਟੀਪਲਾਈ ਕਰ ਦੇਣਾ। ਪਰ ਹੁਣ ਗੱਲ ਇਹ ਹੈ ਵੀ 50 ਕਿਉਂ, ਵਾਈ 50? ਇਹ 50 ਨੂੰ ਲੱਭਣ ਵਾਸਤੇ ਸਾਨੂੰ ਥੋੜ੍ਹੀ ਜਿਹੀ ਇਹਦੀ ਕੈਲਕੂਲੇਸ਼ਨ ਕਰਨੀ ਪੈਣੀ ਹੈ, ਉਹ ਵੀ ਮੈਂ ਤੁਹਾਨੂੰ ਇਸ ਤੋਂ ਬਾਅਦ ਦਿਖਾਉਂਦਾ। ਓਕੇ, ਸੋ ਬੱਚਿਓ ਕੈਲਕੂਲੇਸ਼ਨ ਕੀ ਹੈ ਕਿ ਜਿਹੜੀ WBC ਕਾਊਂਟ ਹੈ ਉਹ ਕਾਹਦੇ ਬਰਾਬਰ ਹੈ? Just see, number of cells counted into the dilution factor into the depth factor over the area counted. So ਬੱਚਿਓ ਇਹ ਸਾਡਾ ਕੈਲਕੂਲੇਸ਼ਨ ਦਾ ਲਾਈਕ ਇਕੁਏਸ਼ਨ ਹੈ, ਫਾਰਮੂਲਾ। ਸੋ ਇਹਨੂੰ ਤੁਸੀਂ ਲਿਖ ਸਕਦੇ ਹੋ। ਸੋ ਇਟ ਇਜ਼ ਦ ਨੰਬਰ ਆਫ ਸੈਲਸ ਇੰਟੂ ਡਿਲੀਸ਼ਨ ਫੈਕਟਰ ਇੰਟੂ ਦ ਡੈਪਥ ਫੈਕਟਰ ਬਟੇ ਏਰੀਆ ਕਾਊਂਟਡ। ਸੋ ਇੱਥੇ ਬੱਚਿਓ ਡਿਲੀਸ਼ਨ ਫੈਕਟਰ ਕਿੰਨਾ ਹੈ? ਇਟ ਇਜ਼ 20। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਸੀ ਕਿ 0.5 ਅਸੀਂ ਬਲੱਡ ਲਿਆ ਸੀ, 11 ਤੱਕ ਅਸੀਂ ਸੱਕ ਕੀਤਾ ਸੀ, ਉਹਨੂੰ ਡਿਵਾਈਡ ਕਰਕੇ ਜੇ ਦੇਖੀਏ ਤਾਂ 20 ਆ ਜਾਂਦਾ। ਸੋ ਇੱਥੇ ਡਿਲੀਸ਼ਨ ਫੈਕਟਰ ਅਸੀਂ ਲਵਾਂਗੇ 20 ਐਂਡ ਜਿਹੜਾ ਡੈਪਥ ਫੈਕਟਰ ਹੈ ਇਹ ਬੱਚਿਓ ਆਪਣਾ ਸੀਗਾ, ਕਿਉਂਕਿ ਅਸੀਂ 0.1 mm ਲੈਂਦੇ ਆ। ਸੋ ਡੈਪਥ ਫੈਕਟਰ ਇੱਥੇ ਬੱਚਿਓ ਅਸੀਂ ਲਵਾਂਗੇ 10। So dilution factor is 20, depth factor is 10. It makes it
200, ਇਹਦਾ ਮਤਲਬ ਨੰਬਰ ਆਫ ਸੈਲਸ ਕਾਊਂਟਡ ਇਨਟੂ 200 ਬਟੇ ਡਿਵਾਈਡਡ ਬਾਈ ਏਰੀਆ ਕਾਊਂਟਡ। ਸੋ ਏਰੀਆ ਕਾਊਂਟਡ ਇੱਥੇ ਕਿੰਨਾ, ਇਟ ਇਜ਼ 4, ਕਿਉਂਕਿ ਅਸੀਂ ਇੱਥੇ 4 ਸਕੁਆਇਰ ਲਏ ਸੀਗੇ। ਠੀਕ ਹੈ, ਸੋ ਜੇ ਇਹਨੂੰ ਕੈਲਕੂਲੇਟ ਬੱਚਿਓ ਕੀਤਾ ਜਾਵੇ ਤਾਂ ਕੀ ਆਉਂਦਾ, ਜਸਟ ਸੀ। Okay, so dilution factor is 20, depth factor is 10, area counted is 4 square mm, so ਉਹਨੂੰ ਅਸੀਂ 4 ਲਵਾਂਗੇ। ਸੋ ਜੇ ਆਪਾਂ n ਲੈ ਕੇ ਚੱਲੀਏ, number of the cells counted n, then it will be n into 20 into 10 over 4। ਸੋ ਇਹਦਾ ਜਿਹੜਾ ਕੱਢ ਕੇ ਜੋ ਐਗਜ਼ੈਕਟ ਆ ਜਾਂਦਾ ਆਨਸਰ, it is n into 50 cells। that means ਜਿੰਨਾ ਵੀ ਤੁਸੀਂ ਬੱਚਿਓ 4 ਸਕੁਆਇਰ 'ਚ ਕਾਊਂਟ ਕੀਤੇ ਨੇ WBC, ਉਹਨੂੰ 50 ਨਾਲ ਗੁਣਾ ਕਰ ਦਿਓ ਤਾਂ ਡਿਲੂਸ਼ਨ ਫੈਕਟਰ ਲੱਗਣ ਤੋਂ ਬਾਅਦ ਉਹ ਤੁਹਾਡਾ ਐਕਚੁਅਲ WBC ਕਾਊਂਟ ਆ ਜਾਏਗਾ। ਸੋ ਦਿਸ ਇਜ਼ ਅ ਵੈਰੀ simple kind of thing to count your WBCs using the hemocytometer।